ਆ ਵੀ ਪਹਿਲੀ ਵਾਰੀ ਹੋ ਰਿਹਾ ਹੈ कि कोई मंत्री विजिलेंस वाले नूं पैसे देण गया होवे ते मौके ते फड़िया गया होवे। ये भी पहले 70 साल च पहली बारी हो रहा है। 12 भ्रिष्टाचारी, चाहे वो कोई सियासतदान सी, एक्स MLA एक्स मंत्री सी, चाहे वो कोई अफसर सी, चाहे कोई छोटे तो छोटा वड्डे तो वड्डा, ਜਿਹੜਾ भी कोई भ्रिष्टाचारी ਜਿਹੜੇ पंजाब ਦੇ हक्कां दे उपर डाका मारन दी कोशिश की, लोकां नूं लुੱਟਣ की, वो अज 212 तो भी वध ने ਜਿਹੜੇ ਉਹ ਪੰਜਾਬ ਦੇ ਜੇਲ੍ਹਾਂ ਦੀਆਂ ਹਵਾ ਜਿਹੜੀਆਂ ਉਹ ਖਾ ਰਹੇ ਨੇ। ਇੱਕ MLA ਇੱਕ ਪੈਨਸ਼ਨ, ਜਿਹੜੇ ਕਿ ਕਈ MLA ਇਹੋ ਜਿਹੇ ਸੀਗੇ ਕਿ 8-8 7-7 ਵਾਰੀ 10-10 ਵਾਰੀ ਰਹਿ ਚੁੱਕੇ ਸੀਗੇ, ਉਹ 4-4 5-5 ਲੱਖ ਤੱਕ ਪੈਨਸ਼ਨ ਘਰੇ ਬੈਠੇ ਹਾਰੇ ਹੋਏ ਲਈ ਜਾਂਦੇ ਸੀਗੇ। ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਭਗਵੰਤ ਮਾਨ ਜੀ ਨੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਲਿਆਂਦਾ। ਕਿਸਾਨਾਂ ਦੀ ਸੁਵਿਧਾ ਦੇ ਲਈ ਉਹਨਾਂ ਦੀਆਂ ਮੋਟਰਾਂ ਦੇ ਕਨੈਕਸ਼ਨ ਜਿਹੜੇ ਕਿ ਕਈ ਵਾਰੀ ਓਵਰਲੋਡ ਚੱਲਦੀਆਂ ਸੀਗੀਆਂ, 4750 रुपए पर हॉर्स पावर के हिसाब नाल जो पैसे ले जाते थे बिजली बोर्ड वालों, वो घटा के 2500 रुपए किया गया। चे मुलाजमान नूं पक्के करने का प्रोसैस है जिहड़ा वो 8736 की नोटिफिकेशन है जिहड़ी उन्हां नूं पक्के करन दी वो हो चुकी है, प्रोसैस चल रहा है। तो आने वाले दिनों दे विच बड़ी जल्दी ही इन्हां 8736 कच्चे इंपलॉइज ने जिहड़े इन्हां नूं पक्के करन दा काम है जिहड़ा ਉਹ ਭਗਵੰਤ ਮਾਨ ਜੀ ਦੀ ਸਰਕਾਰ ਉਹ ਕਰ ਲਏਗੀ। ਘਰਾਣੀਆਂ ਦੀਆਂ, ਅਕਾਲੀਆਂ, ਕਾਂਗਰਸੀਆਂ ਦੀਆਂ ਬੱਸਾਂ ਤੁਸੀਂ ਪਿਛਲੇ 10 15 20 ਸਾਲ ਇਹ ਬਹੁਤ ਸੁਣਿਆ ਹੈਗਾ ਕਿ ਉਹਨਾਂ ਦਾ ਟੈਕਸ ਘਟਾ ਦਿੱਤਾ ਜਾਂਦਾ ਸੀਗਾ, ਆਮ ਬੱਸਾਂ ਨਾਲੋਂ ਵੀ ਉਹਨਾਂ ਦਾ ਟੈਕਸ ਘੱਟ ਹੁੰਦਾ ਸੀ, ਜਿਹੜੀਆਂ ਬੱਸਾਂ 3-3 4-4 ਕਰੋੜ ਦੀਆਂ ਸੀਗੀਆਂ। ਪਰ ਕਿਸੇ ਇਹਨਾਂ ਦੇ ਇਹ ਜਿਹੜੇ ਸੋ ਕਾਲਡ ਆਪਦੇ ਆਪ ਨੂੰ ਪੰਥ ਹਤੈਸ਼ੀ ਸਰਕਾਰਾਂ ਘਾਉਂਦੇ ਰਹੇ, ਜਿਹੜੇ ਹੁਣ ਤੱਕ ਪੰਥ ਦੇ ਨਾਂ ਦੇ ਉੱਪਰ ਵੋਟਾਂ ਮੰਗਦੇ ਰਹੇ, ਸਰਕਾਰਾਂ ਬਣਾਉਂਦੇ ਰਹੇ, ਭਗਵੰਤ ਮਾਨ ਜੀ ਦੀ ਸਰਕਾਰ ਨੇ तकरीबन 9000 एकड़ ਜ਼ਮੀਨ ਜਿਹੜੀ ਵੱਡੇ ਵੱਡੇ ਖੱਬੀ ਖਾਨ ਦੱਬੀ ਬੈਠੇ ਸੀਗੇ ਪਹਿਲਾਂ, ਉਹਨਾਂ ਤੋਂ ਛੜਾ ਕੇ ਉਹ ਸਰਕਾਰ ਦੇ ਖਾਤੇ ਲਿਆਂਦੀਆਂ ਨੇ। ਸ਼ਰਾਬ ਮਾਫੀਆ ਇਹ ਰੱਜ ਕੇ ਚਲਾਉਂਦੇ ਰਹੇ ਤੇ ਅੱਜ ਸ਼ਰਾਬ ਦੀ ਪੋਜੀਸ਼ਨ ਇਹ ਹੈ ਕਿ ਜਿਹੜਾ ਇਹਨਾਂ ਤੋਂ 70 ਸਾਲਾਂ ਦੇ ਵਿੱਚੋਂ 6200 ਕਰੋੜ ਤੋਂ ਵੱਧ ਮਾਲੀਆ ਟੱਪਿਆ ਨਹੀਂ ਹੈ ਕਦੇ। ਸਾਡਾ ਇਸ ਵਾਰ ਦਾ ਮਾਲੀਆ ਪਹਿਲੇ ਸਾਲ ਦੇ ਵਿੱਚ ਹੀ ਇਹ ਤਕਰੀਬਨ 9200 ਕਰੋੜ ਤੋਂ ਪਲੱਸ ਹੋਣ ਜਾ ਰਿਹਾ ਹੈ। ਪਿਛਲੇ 70 ਸਾਲਾਂ ਦੇ ਵਿੱਚ ਜੋ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ ਹੈਗਾ ਤੇ ਉਸ ਦਾ ਖਮਿਆਜ਼ਾ ਵੱਡੀਆਂ ਰਵਾਇਤੀ ਪਾਰਟੀਆਂ ਤੇ ਵੱਡੇ ਵੱਡੇ ਧੁਰੰਦਰ ਜਿਹੜੇ ਆਪਣੇ ਆਪ ਨੂੰ ਪੰਜਾਬ ਦਾ ਰਹਿਬਰ ਕਿਹਾ ਕਰਦੇ ਸੀਗੇ, ਚਾਹੇ ਉਹ ਅਕਾਲੀ ਦਲ ਦੇ ਸੀ, ਕਾਂਗਰਸ ਦੇ ਸੀ, BJP ਦੇ ਸੀ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਧੂੜ ਚਟਾ ਦਿੱਤੀ ਉਹਨਾਂ ਧੁਰੰਦਰਾਂ ਨੂੰ। ਉਸ ਤੋਂ ਬਾਅਦ ਮਾਨ ਸਾਹਿਬ ਦੀ ਪਾਰੀ ਦੀ ਸ਼ੁਰੂਆਤ ਹੋਈ ਤੇ ਅੱਜ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ 7 ਮਹੀਨਿਆਂ ਦੇ ਵਿੱਚ ਅਚੀਵਮੈਂਟਸ ਦੀ ਝੜੀ ਹੈ ਜਿਹੜੀ ਉਹ ਲੱਗੀ ਹੋਈ ਹੈ। ਅੱਜ ਸਭ ਤੋਂ ਵੱਡੀ ਅਚੀਵਮੈਂਟ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਦੀ ਔਰ ਉਹਨਾਂ ਦੀ ਸਰਕਾਰ ਦੀ ਇਹ ਹੈ ਕਿ ਜਿਹੜਾ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਪਰਪੱਕ ਹੋ ਚੁੱਕੀ ਸੀਗੀ, ਘਰ ਕਰ ਚੁੱਕੀ ਸੀਗੀ ਕਿ ਕੋਈ ਰਾਜਨੀਤਿਕ ਪਾਰਟੀ, ਕੋਈ ਸਰਕਾਰ, ਕੋਈ ਲੀਡਰ ਇਮਾਨਦਾਰ ਹੀ ਨਹੀਂ ਹੋ ਸਕਦਾ ਹੈਗਾ। ਉਸ ਧੱਬੇ ਨੂੰ, ਉਸ ਦਾਗ ਨੂੰ ਮਟੇਣ ਦੇ ਵਿੱਚ ਭਗਵੰਤ ਮਾਨ ਜੀ ਔਰ ਉਹਨਾਂ ਦੀ ਸਰਕਾਰ 100% ਕਾਮਯਾਬ ਹੋਈ ਹੈ। ਇਹ ਪਹਿਲੀ ਵਾਰੀ ਹੋਇਆ ਕਿ ਐਂਟੀ ਕਰਪਸ਼ਨ ਹੈਲਪਲਾਈਨ ਦੀ ਇੱਕ ਨੰਬਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਉਹਦੇ ਉੱਪਰ ਲੱਖਾਂ ਕੰਪਲੇਂਟਸ ਨੇ ਜਿਹੜੀਆਂ ਉਹ ਆਈਆਂ ਨੇ, ਉਹਨਾਂ ਦੇ ਉੱਪਰ ਕੰਮ ਹੋਇਆ ਕੱਲੀ ਕੰਪਲੇਂਟ ਦੇ ਉੱਪਰ। ਤੇ ਅੱਜ 212 ਭ੍ਰਿਸ਼ਟਾਚਾਰੀ, ਚਾਹੇ ਉਹ ਕੋਈ ਸਿਆਸਤਦਾਨ ਸੀ, एक्स MLA एक्स मंत्री सी, चाहे वो कोई अफसर सी, चाहे कोई छोटे तो छोटा वड्डे तो वड्डा, ਜਿਹੜਾ ਵੀ ਕੋਈ ਭ੍ਰਿਸ਼ਟਾਚਾਰੀ ਜਿਹੜੇ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ, ਲੋਕਾਂ ਨੂੰ ਲੁੱਟਣ ਕੀਤੀ, ਉਹ ਅੱਜ 212 ਤੋਂ ਵੀ ਵੱਧ ਨੇ ਜਿਹੜੇ ਉਹ ਪੰਜਾਬ ਦੇ ਜੇਲ੍ਹਾਂ ਦੀਆਂ ਹਵਾ ਜਿਹੜੀਆਂ ਉਹ ਖਾ ਰਹੇ ਨੇ। ਇਸੇ ਤਰੀਕੇ ਦੇ ਨਾਲ ਸਾਥੀਓ ਪਿਛਲੇ 70 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਤਾਂ ਦੇਖਿਆ ਸੁਣਿਆ ਹੋਵੇਗਾ ਕਿ ਲੀਡਰ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੈਸੇ ਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਲੁੱਟ ਕੇ ਆਪ ਦਾ ਘਰ ਭਰਦੇ ਨੇ। ਪਰ ਇਹਨਾਂ 7 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਦੇ ਤਹਿਤ ਇਹ ਪਹਿਲੀ ਵਾਰੀ ਹੋਇਆ ਕਿ ਲੀਡਰਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਇਆ ਗਿਆ ਹੋਵੇ। ਤੁਹਾਡੇ ਯਾਦ ਹੋਏਗਾ ਇੱਕ MLA ਇੱਕ ਪੈਨਸ਼ਨ
ਅਸੀਂ ਚੋਣਾਂ ਤੋਂ ਪਹਿਲਾਂ ਵੀ ਬੜੀ ਬੁਲੰਦ ਆਵਾਜ਼ ਦੇ ਨਾਲ ਕਿਹਾ ਕਰਦੇ ਸੀਗੇ। ਸਰਕਾਰ ਵੰਡ ਸਰ ਭਗਵੰਤ ਮਾਨ ਜੀ ਨੇ ਇਹਦੇ ਉੱਪਰ ਬੜੀ ਸਖਤੀ ਦੇ ਨਾਲ ਫੈਸਲਾ ਲਿਆ। ਕਾਂਗਰਸੀਆਂ ਅਕਾਲੀਆਂ ਨੂੰ ਵਿਧਾਨ ਸਭਾ ਦੇ ਵਿੱਚ ਤੁਸੀਂ ਵਿਟਨੈਸ ਹੋ, ਉਸ ਗੱਲ ਦੀ ਤਕਲੀਫ ਵੀ ਬਹੁਤ ਹੋਈ। ਪਰ ਅੱਜ ਇੱਕ ਐਮਐਲਏ ਇੱਕ ਪੈਨਸ਼ਨ, ਜਿਹੜੇ ਕਿ ਕਈ ਐਮਐਲਏ ਇਹੋ ਜਿਹੇ ਸੀਗੇ ਕਿ 8-8 7-7 ਵਾਰੀ 10-10 ਵਾਰੀ ਰਹਿ ਚੁੱਕੇ ਸੀਗੇ, ਉਹ 4-4 5-5 ਲੱਖ ਤੱਕ ਪੈਨਸ਼ਨ ਘਰੇ ਬੈਠੇ ਹਾਰੇ ਹੋਏ ਲਈ ਜਾਂਦੇ ਸੀਗੇ। ਉਹਨਾਂ ਦੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢ ਕੇ ਭਗਵੰਤ ਮਾਨ ਜੀ ਨੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਲਿਆਂਦਾ। ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਊਗੀ, ਪੰਜਾਬੀਆਂ ਨੂੰ 3 ਕਰੋੜ ਪੰਜਾਬੀਆਂ ਨੂੰ ਮਾਣ ਮਹਿਸੂਸ ਹੋਊਗਾ ਕਿ ਉਹਨਾਂ ਨੇ ਦੇ ਮੁੱਖ ਮੰਤਰੀ ਨੇ 5 ਸਾਲਾਂ ਦੇ ਵਿੱਚ 100 ਕਰੋੜ ਰੁਪਏ ਜਿਹੜਾ ਉਹ ਇਹਨਾਂ ਲੀਡਰਾਂ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ 5 ਸਾਲਾਂ ਦੇ ਵਿੱਚ ਪੰਜਾਬ ਦੇ ਖਜ਼ਾਨੇ ਦੇ ਵਿੱਚ ਲੈ ਆਉਣਾ ਹੈ। ਇਸੇ ਤਰੀਕੇ ਦੇ ਨਾਲ ਇਹੀ ਪੈਸਾ ਜਿਹੜਾ ਕਿ ਲੀਡਰ ਔਰ ਅਫਸਰ ਲੁੱਟਿਆ ਕਰਦੇ ਸੀਗੇ, ਤੇ ਉਹ ਪੰਜਾਬ ਦੇ ਸ਼ਹੀਦ ਜਿਹੜੇ ਦੇਸ਼ ਵਾਸਤੇ ਪੰਜਾਬ ਵਾਸਤੇ ਆਪਣੀਆਂ ਜਾਨਾਂ ਗਵਾਉਂਦੇ ਨੇ, ਉਹਨਾਂ ਨੂੰ ਕੱਖ ਨਹੀਂ ਮਿਲਦਾ ਸੀਗਾ। ਇਹੀ ਪੈਸਾ ਉਹਨਾਂ ਸ਼ਹੀਦ ਜਿਹੜੇ ਫੌਜੀ ਨੇ, ਜਿਹੜੇ ਫੌਜ ਦੇ ਕਰਮੀ ਨੇ ਜਾਂ ਪੁਲਿਸ ਦੇ ਕਰਮੀ ਨੇ, ਉਹਨਾਂ ਨੂੰ 1 ਕਰੋੜ ਰੁਪਏ ਜਿਹੜਾ ਉਹਦੀ ਰਾਸ਼ੀ ਹੈ ਜਿਹੜੀ ਇਹ ਪਹਿਲੀ ਵਾਰੀ ਹੋ ਰਿਹਾ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ 75 ਸਾਲਾਂ ਦੇ ਵਿੱਚ 1 ਕਰੋੜ ਦੀ ਰਾਸ਼ੀ ਜਿਹੜੀ ਉਹਨਾਂ ਨੂੰ ਮਿਲੇ। ਇਸੇ ਤਰੀਕੇ ਦੇ ਨਾਲ ਸਾਥੀਓ, ਖੇਤੀ ਪ੍ਰਧਾਨ ਸੂਬਾ ਹੈ, ਪੰਜਾਬ ਦੀ ਅਰਥ ਵਿਵਸਥਾ ਉਹ ਸਾਰੀ ਦੀ ਸਾਰੀ ਖੇਤੀ ਦੇ ਉੱਪਰ ਨਿਰਭਰ ਕਰਦੀ ਹੈ। ਹੁਣ ਤੱਕ ਦੀਆਂ ਸਰਕਾਰਾਂ ਤੇ ਹੁਣ ਤੱਕ ਦੇ ਲੀਡਰ, ਚਾਹੇ ਉਹ ਦਿੱਗਜ ਲੀਡਰ ਅਕਾਲੀ ਦਲ ਦੇ ਸੀ ਚਾਹੇ ਕਾਂਗਰਸ ਦੇ ਸੀਗੇ, ਉਹ ਆਪਦੇ ਆਪ ਨੂੰ ਕਿਸਾਨਾਂ ਦਾ ਮਸੀਹਾ ਤੇ ਕਿਸਾਨਾਂ ਦਾ ਰਹਿਬਰ ਦਾ ਜਿਹੜਾ ਟੈਗ ਤਾਂ ਦਿੰਦੇ ਰਹੇ, ਫਤਵਾ ਤਾਂ ਆਪਦੇ ਆਪ ਨੂੰ ਦਿੰਦੇ ਰਹੇ, ਪਰ ਪੰਜਾਬ ਦੇ ਕਿਸਾਨਾਂ ਦੀ ਬਾਹ ਕਦੇ ਕਿਸੇ ਨੇ ਨਹੀਂ ਫੜੀ ਹੈਗੀ। ਪਰ ਜਿਸ ਦਿਨ ਦੀ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਅਸੀਂ ਇਹ ਪਹਿਲੀ ਵਾਰੀ ਹੋਇਆ ਕਿ ਕਣਕ ਝੋਨੇ ਦੀ ਫਸਲ ਦੇ ਉੱਪਰ ਐਮਐਸਪੀ ਜਿਹੜੀ ਕਿ ਕੇਂਦਰ ਵੱਲੋਂ ਦਿੱਤੀ ਜਾਂਦੀ ਹੈ ਲੰਬੇ ਸਮੇਂ ਤੋਂ, ਉਹਨੂੰ ਛੱਡ ਕੇ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਤੀਜੀ ਫਸਲ ਦੇ ਉੱਪਰ ਮੂੰਗੀ ਦੇ ਉੱਪਰ ਐਮਐਸਪੀ ਹੈ ਜਿਹੜੀ ਉਹ ਦਿੱਤੀ 7250 ਰੁਪਏ। ਔਰ ਨਾਲ ਇਹਦਾ ਵੀ ਪ੍ਰੋਵੀਜ਼ਨ ਕੀਤਾ ਕਿ ਜੇ ਕੋਈ 7250 ਰੁਪਏ ਤੋਂ ਘੱਟ ਵੇਚਦਾ ਤੇ ਮੈਕਸਿਮਮ 1000 ਰੁਪਏ ਪ੍ਰਤੀ ਕੁਇੰਟਲ ਦਾ ਡਿਫਰੈਂਸ਼ੀਅਲ ਅਮਾਉਂਟ, ਤਾਂ ਕਿ ਉਸ ਕਿਸਾਨ ਭਰਾ ਨੂੰ ਨੁਕਸਾਨ ਨਾ ਹੋਵੇ, ਉਹਦਾ ਡਿਫਰੈਂਸ਼ੀਅਲ ਅਮਾਉਂਟ ਹੈ ਜਿਹੜਾ ਉਹ ਸਰਕਾਰ ਆਪਦੇ ਵੱਲੋਂ ਪੇ ਕਰਦੀ ਹੈ, ਜਿਸ ਦੇ ਤਹਿਤ ਹੁਣ ਤੱਕ ਤਕਰੀਬਨ 4,90,000 ਕੁਇੰਟਲ ਹੈ ਜਿਹੜੀ ਉਹ ਮੂੰਗੀ ਪ੍ਰਕਿਉਰ ਹੋ ਚੁੱਕੀ ਹੈ। 54,000 ਏਕੜ ਤੋਂ ਵਧਾ ਕੇ ਇਸੇ ਇਨੀਸ਼ੀਏਟਿਵ ਦੇ ਤਹਿਤ ਜਿਹੜਾ ਮੂੰਗੀ ਦੇ ਤਹਿਤ ਰਕਬਾ ਹੈ ਉਹ 1,29,000 ਏਕੜ ਇੱਕੋ ਹੀ ਸਾਲ ਦੇ ਵਿੱਚ ਸਰਕਾਰ ਬਣਦੇ ਸਾਰੀ ਜਿਹੜਾ ਕਰ ਦਿੱਤਾ ਗਿਆ, ਜਿਹੜਾ ਕਿ ਬਹੁਤ ਵੱਡੀ ਅਚੀਵਮੈਂਟ ਹੈ। ਇਸੇ ਤਰੀਕੇ ਦੇ ਨਾਲ ਪੰਜਾਬ 5 ਦਰਿਆਵਾਂ ਦਾ ਪੰਜਾਬ ਜਿਹੜਾ ਕਿ ਰੇਗਿਸਤਾਨ ਬਣਨ ਵਾਲੇ ਪਾਸੇ ਵੱਲ ਵਧ ਰਿਹਾ ਬੜੀ ਤੇਜ਼ੀ ਦੇ ਨਾਲ, ਉਹਦੇ ਪਾਣੀ ਨੂੰ ਬਚਾਉਣ ਦੇ ਲਈ ਇੱਕ ਨਾਇਬ ਉਪਰਾਲਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ। ਡਾਇਰੈਕਟ ਸੀਡਿੰਗ ਆਫ ਰਾਈਸ, ਯਾਨੀ ਕਿ ਸਿੱਧੀ ਬਿਜਾਈ ਝੋਨੇ ਦੀ, ਉਹਦੇ ਤਹਿਤ ਇਨੀਸ਼ੀਏਟਿਵ ਲਿਆ ਗਿਆ ਤੇ ਅੱਜ ਤਕਰੀਬਨ 26 ਕਰੋੜ ਰੁਪਏ ਦੇ ਕਰੀਬ ਡੀਐਸਆਰ ਦੀ ਅਮਾਉਂਟ ਟੋਟਲ ਬਣਦੀ ਹੈ, ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ, ਜਿਹਦੇ ਵਿੱਚੋਂ 15 ਕਰੋੜ ਹੈ ਜਿਹੜਾ ਉਹ ਜਾਰੀ ਹੋ ਚੁੱਕਿਆ। ਬਾਕੀ ਵੈਰੀਫਿਕੇਸ਼ਨ ਦੇ ਨਾਲ ਉਹ ਵੀ ਕੰਪਲੀਟ ਹੈ ਜਿਹੜਾ ਹੋ ਜਾਏਗਾ। ਪਰ ਅੱਜ ਤੱਕ ਇਹਨਾਂ ਕਿਸਾਨਾਂ ਦੇ ਮਸੀਹਾਂ ਨੇ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਸੀਗਾ, ਜਿਹੜਾ ਕਦੇ ਕੋਈ ਕਿਸਾਨਾਂ ਦਾ ਤੇ ਕਦੇ ਕੋਈ ਪਾਣੀਆਂ ਦੇ ਆਪਦੇ ਆਪ ਨੂੰ ਰਾਖਾ ਕਹਿੰਦੇ ਸੀਗੇ। ਇਸੇ ਤਰੀਕੇ ਦੇ ਨਾਲ ਸਾਥੀਓ, ਕਿਸਾਨਾਂ ਦੀ ਸੁਵਿਧਾ ਦੇ ਲਈ ਉਹਨਾਂ ਦੀਆਂ ਮੋਟਰਾਂ ਦੇ ਕਨੈਕਸ਼ਨ ਜਿਹੜੇ ਕਿ ਕਈ ਵਾਰੀ ਓਵਰਲੋਡ ਚੱਲਦੀਆਂ ਸੀਗੀਆਂ, 4750 ਰੁਪਏ ਪਰ ਹਾਰਸ ਪਾਵਰ ਦੇ ਹਿਸਾਬ ਨਾਲ ਜੋ ਪੈਸੇ ਲਏ ਜਾਂਦੇ ਸੀਗੇ ਬਿਜਲੀ ਬੋਰਡ ਵੱਲੋਂ, ਉਹ ਘਟਾ ਕੇ 2500 ਰੁਪਏ ਕੀਤਾ ਗਿਆ, ਜਿਸ ਦੇ ਨਾਲ ਕਿਸਾਨ ਭਰਾਵਾਂ ਦੇ 170 ਕਰੋੜ ਨੇ ਉਹਦੀ ਸੇਵਿੰਗ ਹੋਈ ਤੇ 1,87,000 ਕਿਸਾਨ ਭਰਾਵਾਂ ਨੂੰ ਇਹਦਾ ਸਿੱਧਾ ਬੈਨੀਫਿਟ ਹੈ ਜਿਹੜਾ ਉਹ ਹੋਇਆ। ਅੱਜ ਤੱਕ ਤੁਸੀਂ ਇਹ ਹਾਰਸ ਪਾਵਰ ਦੇ ਲੋਡ ਰੇਟਸ ਨੇ ਜਿਹੜੇ ਤੁਸੀਂ ਵਾਧੇ ਤਾਂ ਦੇਖੇ ਸੁਣੇ ਹੋਣਗੇ, ਪਰ ਘਟਦੇ ਸ਼ਾਇਦ ਪਹਿਲੀ ਵਾਰੀ ਉਹ ਦੇਖੇ ਨੇ ਭਗਵੰਤ ਮਾਨ ਜੀ ਸਰਕਾਰ ਦੇ ਤਹਿਤ। ਇਸੇ ਤਰੀਕੇ ਦੇ ਨਾਲ ਕਿਸਾਨ ਭਰਾਵਾਂ ਦੀ ਗੱਲ ਕਰ ਲਈਏ, ਗੰਨੇ ਕਾਸ਼ਤਕਾਰਾਂ ਦੀ ਗੱਲ ਕਰ ਲਈਏ। ਗੰਨਾ ਮੈਂ ਸਮਝਦਾ ਕਿ ਜਿਹੜਾ ਕਿਸੇ ਸਮੇਂ ਦੇ ਵਿੱਚ ਪੰਜਾਬ ਦੀ ਇੱਕ ਬਹੁਤ ਮਹੱਤਵਪੂਰਨ ਫਸਲ ਹੋਇਆ ਕਰਦਾ ਸੀਗਾ, ਪਰ ਸਮੇਂ ਦੀਆਂ ਸਰਕਾਰਾਂ ਤੇ ਜਿਹੜੇ ਪ੍ਰਾਈਵੇਟ ਸ਼ੂਗਰ ਮਿਲ ਓਨਰਸ ਨੇ ਜਿਹੜੇ ਕਿ ਅਕਾਲੀ ਕਾਂਗਰਸੀ ਨੇ, ਮੋਤਬਰ ਅਕਾਲੀ ਕਾਂਗਰਸੀ ਨੇ, ਉਹਨਾਂ ਦੀ ਆਪਸ ਦੀ ਮਿਲੀ ਭੁਗਤ ਕਰਕੇ ਪੰਜਾਬ ਦੇ ਵਿੱਚੋਂ ਗੰਨੇ ਦੀ ਫਸਲ ਗਾਇਬ ਹੁੰਦੀ ਗਈ। ਬਾਕੀਆਂ ਸਟੇਟਾਂ ਸਾਰੀਆਂ ਅੱਗੇ ਨਿਕਲਦੀਆਂ ਗਈਆਂ, ਹਰਿਆਣਾ ਸਾਡੇ ਨਾਲੋਂ ਅੱਗੇ ਨਿਕਲ ਗਿਆ। ਅੱਜ ਤੋਂ 7 ਮਹੀਨੇ ਪਹਿਲਾਂ ਪੰਜਾਬ ਦੇ ਜਿਹੜੇ
ਰੇਟ ਸੀਗੇ ਗੰਨੇ ਦੇ, ਸ਼ੂਗਰਕੇਨ ਦੇ, ਉਹ ਘੱਟ ਸੀਗੇ। ਪਰ ਅੱਜ ਇਹ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ 380 ਰੁਪਏ ਪ੍ਰਤੀ ਕੁਇੰਟਲ, ਜਿਹੜਾ ਕਿ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਦੇਸ਼ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਰੇਟ ਜੇ ਕਿਤੇ ਹੈ ਤਾਂ ਉਹ ਪੰਜਾਬ ਦੇ ਵਿੱਚ ਹੈ। ਭਗਵੰਤ ਮਾਨ ਜੀ ਦੀ ਸਰਕਾਰ ਦਾ ਇੱਕ ਬੇहद ਨਾਇਬ ਉਪਰਾਲਾ ਹੈ ਕਿਸਾਨਾਂ ਦੀ ਬਾਹ ਫੜਨ ਦੇ ਲਈ ਔਰ ਪਾਣੀ ਨੂੰ ਬਚਾਉਣ ਦੇ ਲਈ। ਸੋ ਇਸੇ ਤਰੀਕੇ ਦੇ ਨਾਲ ਸਾਥੀਓ, ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ, ਇਲੈਕਸ਼ਨਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ 300 ਯੂਨਿਟ ਬਿਜਲੀ ਜਿਹੜੀ ਹਰ ਪਰਿਵਾਰ ਨੂੰ ਮਿਲੇਗੀ। ਕਾਂਗਰਸੀ ਐਲਾਨ ਤਾਂ ਕਰਦੇ ਰਹੇ, ਚੰਨੀ ਸਾਹਿਬ ਉਹਨਾਂ ਨੇ ਬੋਰਡ ਵੀ ਬਹੁਤ ਵੱਡੇ ਵੱਡੇ ਲਵਾਏ ਔਰ ਸਿਰਫ ਇੱਕ ਚੁਣਿੰਦਾ ਵਰਗ ਨੂੰ ਦਿੱਤਾ ਗਿਆ। ਪਰ ਭਗਵੰਤ ਮਾਨ ਜੀ ਦੀ ਸਰਕਾਰ ਨੇ 300 ਯੂਨਿਟ ਬਿਜਲੀ ਹੈ ਜਿਹੜੀ ਹਰ ਮਹੀਨੇ, ਯਾਨੀ ਕਿ 600 ਯੂਨਿਟ ਹਰ ਬਿਲਿੰਗ ਸਾਈਕਲ ਦੇ ਵਿੱਚ ਦਿੱਤੀ ਹੈ, ਇਰਰਿਸਪੈਕਟਿਵ ਆਫ ਕਾਸਟ ਰਿਲੀਜਨ ਦਿੱਤੀ ਹੈ। ਔਰ ਇਹਦੇ ਨਾਲ ਇਹਨਾਂ ਗਰਮੀ ਦੇ ਮਹੀਨਿਆਂ ਦੇ ਵਿੱਚ ਵੀ ਤਕਰੀਬਨ 50 ਲੱਖ ਪਲੱਸ ਪਰਿਵਾਰਾਂ ਨੂੰ ਉਹਦਾ ਬੈਨੀਫਿਟ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਦੀਆਂ ਦੇ ਮਹੀਨਿਆਂ ਦੇ ਵਿੱਚ ਇਹ ਬੈਨੀਫਿਟ ਹੈ ਜਿਹੜਾ ਇਹ 72 ਲੱਖ ਕੰਜ਼ਿਊਮਰਸ ਦੇ ਵਿੱਚੋਂ 60 ਲੱਖ ਕੰਜ਼ਿਊਮਰਸ ਨੂੰ ਵੀ ਵੱਧ ਬੈਨੀਫਿਟ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ। ਇਹ ਇੱਕ ਬੇहद ਮੈਂ ਸਮਝਦਾ ਕਿ ਨਾਇਬ ਉਪਰਾਲਾ ਹੈ ਭਗਵੰਤ ਮਾਨ ਜੀ ਦੀ ਸਰਕਾਰ ਦਾ ਪੰਜਾਬ ਦੇ ਹਰੇਕ ਆਮ ਘਰ ਨੂੰ ਦੇਣ ਦੇ ਲਈ। ਸਾਥੀਓ, ਨੌਕਰੀਆਂ ਤੋਂ ਬਿਨਾ ਕਿਸੇ ਸਟੇਟ ਦਾ ਕੰਮ ਨਹੀਂ ਚੱਲ ਸਕਦਾ, ਸਟੇਟ ਔਰ ਸਮਾਜ ਉਹਦੇ ਬਿਨਾ ਰਿਵਾਈਵ ਨਹੀਂ ਹੋ ਸਕਦਾ। ਲੰਬੇ ਸਮੇਂ ਤੋਂ ਆਪਾਂ ਦੇਖਦੇ ਆਏ ਕਿ ਜਦੋਂ ਚੋਣਾਂ ਸਿਰ ਤੇ ਨੇ ਉਦੋਂ ਸਰਕਾਰਾਂ ਨੇ ਜਿਹੜੀਆਂ 3-4 ਮਹੀਨੇ ਪਹਿਲਾਂ ਜਾਂ 6 ਮਹੀਨੇ ਪਹਿਲਾਂ ਮੈਕਸਿਮਮ ਪ੍ਰੋਸੈਸ ਸ਼ੁਰੂ ਕਰਦੀਆਂ ਸੀਗੀਆਂ ਤੇ ਫਿਰ ਐਂਡ ਦੇ ਵਿੱਚ ਆ ਕੇ, ਚੋਣਾਂ ਦੇ ਨੇੜੇ ਆ ਕੇ ਇੰਨੀ ਤੱਥ ਪੜ੍ਹਤੀ ਦੇ ਵਿੱਚ ਕੰਮ ਕੀਤਾ ਜਾਂਦਾ ਸੀਗਾ ਕਿ ਨਾ ਤਾਂ ਉਹ ਪ੍ਰੋਸੈਸ ਨੌਕਰੀਆਂ ਦੇਣ ਦਾ ਸਿਰੇ ਚੜ੍ਹਦਾ ਸੀਗਾ ਔਰ ਜੇ ਚੜ੍ਹਦਾ ਵੀ ਸੀਗਾ ਤਾਂ ਹਾਈ ਕੋਰਟ ਦੇ ਵਿੱਚ, ਕਿਉਂਕਿ ਕਾਹਲੀ 'ਚ ਕੰਮ ਕਰਦੇ ਸੀਗੇ, ਪਹਿਲੇ 4.5 ਸਾਲ ਸੁੱਤੇ ਰਹਿੰਦੇ ਸੀਗੇ, ਉਹ 6 ਮਹੀਨਿਆਂ ਦੇ ਵਿੱਚ ਇੰਨੀ ਕਾਹਲੀ ਦੇ ਵਿੱਚ ਕੰਮ ਕਰਦੇ ਸੀਗੇ ਕਿ ਉਹ ਕਿਤੇ ਨਾ ਕਿਤੇ ਹਾਈ ਕੋਰਟ ਦੇ ਵਿੱਚ ਜਾ ਕੇ ਸਟੇ ਹੋ ਜਾਂਦਾ ਸੀਗਾ। ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਹੋ ਰਿਹਾ ਹੈ ਕਿ ਕੋਈ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਆਪਣੇ ਵਾਅਦੇ ਮੁਤਾਬਕ ਇਹਦੇ ਉੱਪਰ ਕੰਮ ਸ਼ੁਰੂ ਕੀਤਾ ਔਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਪ੍ਰੋਸੈਸ ਹੈ ਜਿਹੜਾ ਉਹ 8736 ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹਨਾਂ ਨੂੰ ਪੱਕੇ ਕਰਨ ਦੀ ਉਹ ਹੋ ਚੁੱਕੀ ਹੈ, ਪ੍ਰੋਸੈਸ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਜਲਦੀ ਹੀ ਇਹਨਾਂ 8736 ਕੱਚੇ EMPLOYEES ਨੇ ਜਿਹੜੇ ਇਹਨਾਂ ਨੂੰ ਪੱਕੇ ਕਰਨ ਦਾ ਕੰਮ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਉਹ ਕਰ ਲਏਗੀ। ਇਸੇ ਤਰੀਕੇ ਦੇ ਨਾਲ ਨਵੀਆਂ ਨੌਕਰੀਆਂ 18,543 ਅਪਾਇੰਟਮੈਂਟ ਲੈਟਰਸ ਨੇ ਸਾਥੀਓ, ਉਹ ਹੁਣ ਤੱਕ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਦੇ ਚੁੱਕੇ ਨੇ। ਇਹ ਪ੍ਰੋਸੈਸ ਹੈ ਜਿਹੜਾ ਅੱਗੇ ਇਹ ਪ੍ਰੋਸੈਸ ਹੋਰ ਤੇਜ਼ ਹੋਏਗਾ ਔਰ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਪਹਿਲੇ ਦਿਨ ਤੋਂ ਨੌਕਰੀਆਂ ਦੇਣ ਦਾ ਕੰਮ ਹੈ ਜਿਹੜਾ, ਨਵੀਆਂ ਨੌਕਰੀਆਂ ਦੇਣ ਦਾ ਕੰਮ ਹੈ ਜਿਹੜਾ ਉਹ ਕੋਈ ਸਰਕਾਰ ਨੇ ਕਿਸੇ ਨੇ ਕੀਤਾ ਹੋਵੇ। ਹੈਲਥ ਐਜੂਕੇਸ਼ਨ ਸਾਡਾ ਕੋਰ ਫੋਕਸ ਏਰੀਆਜ਼ ਨੇ ਆਮ ਆਦਮੀ ਪਾਰਟੀ ਦੇ। ਪਹਿਲੀ ਵਾਰੀ ਹੋ ਰਿਹਾ ਹੈ ਕਿ ਮੁਹੱਲਾ ਕਲੀਨਿਕ, ਜਿਹਨੂੰ ਆਮ ਆਦਮੀ ਪਾਰਟੀ ਕਲੀਨਿਕ, ਆਮ ਆਦਮੀ ਕਲੀਨਿਕ ਕਹਿੰਦੇ ਆ ਪੰਜਾਬ ਦੇ ਵਿੱਚ, ਉਹ 100 ਦੀ ਸ਼ੁਰੂਆਤ ਅੱਜ ਤੋਂ 2 ਮਹੀਨੇ ਪਹਿਲਾਂ ਯਾਨੀ ਕਿ 15 ਅਗਸਤ ਨੂੰ ਕੀਤੀ ਗਈ ਸੀਗੀ ਤੇ ਮੈਨੂੰ ਪੰਜਾਬ ਦੇ ਲੋਕਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹਨਾਂ 2 ਮਹੀਨਿਆਂ ਦੇ ਵਿੱਚ ਹੀ ਇਹਨਾਂ 100 ਆਮ ਆਦਮੀ ਕਲੀਨਿਕਸ ਦੇ ਵਿੱਚੋਂ ਤਕਰੀਬਨ 4 ਲੱਖ ਲੋਕਾਂ ਦਾ ਇਲਾਜ ਹੈ ਜਿਹੜਾ ਟਰਸ਼ਰੀ ਕੇਅਰ ਆਫ ਹੈਲਥ ਹੈ ਜਿਹੜੀ ਉਹ ਦਿੱਤੀ ਜਾ ਚੁੱਕੀ ਹੈ, ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਸਾਥੀਓ, ਪਿਛਲੇ ਲੰਬੇ ਸਮੇਂ ਦੇ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਰਹੀ ਤੇ ਚਾਹੇ ਉਹ ਤੋਂ ਪਹਿਲਾਂ 10 ਸਾਲ ਅਕਾਲੀਆਂ ਦੀ ਸਰਕਾਰ ਰਹੀ, ਟਰਾਂਸਪੋਰਟ ਮਾਫੀਆ ਸਿਰ ਚੜ ਕੇ ਬੋਲਦਾ ਸੀਗਾ। ਬੜੀ ਵਾਰ ਵਿਧਾਨ ਸਭਾ ਦੇ ਵਿੱਚ ਵੀ ਮਸਲਾ ਉੱਠਿਆ ਕਿ ਜਿਹੜੀਆਂ ਵੋਲਵੋ ਜਾਂ ਮਰਸੀਡੀਜ਼ ਬੱਸਾਂ ਨੇ ਪੰਜਾਬ ਦੇ ਵਿੱਚੋਂ ਚੱਲਦੀਆਂ ਨੇ ਦਿੱਲੀ 에ਅਰਪੋਰਟ ਨੂੰ, ਉਹ ਪ੍ਰਾਈਵੇਟਾਂ ਨੂੰ, ਜਿਹੜੇ ਕਿ ਵੱਡੇ ਘਰਾਣੇ ਦੀਆਂ ਟਰਾਂਸਪੋਰਟਾਂ ਨੇ, ਉਹਨਾਂ ਨੂੰ ਫਾਇਦਾ ਦੇਣ ਦੇ ਲਈ ਪੰਜਾਬ ਰੋਡਵੇਜ਼ ਦੀਆਂ, PRTC ਦੀਆਂ ਆਪਣੀਆਂ ਬੱਸਿਸ ਨੇ, ਉਹਨਾਂ ਨੂੰ ਮੰਦਹਾਲੀ ਦੇ ਵੱਲ ਧੱਕਿਆ ਜਾਂਦਾ ਸੀਗਾ, ਉਹਨਾਂ ਨੂੰ ਨਹੀਂ ਚਲਾਇਆ ਜਾਂਦਾ ਸੀਗਾ ਇਹਨਾਂ ਰੂਟਾਂ ਦੇ ਉੱਪਰ। ਬਣਦੇ ਸਾਰ ਹੀ ਭਗਵੰਤ ਮਾਨ ਜੀ ਦੀ ਸਰਕਾਰ ਜਿਸ ਦਿਨ ਬਣੀ ਉਸ ਦਿਨ ਤੋਂ ਇਹਦੇ ਉੱਪਰ ਕੰਮ ਸ਼ੁਰੂ ਹੋਇਆ ਤੇ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ 에ਅਰਪੋਰਟ ਨੂੰ ਪ੍ਰਾਈਵੇਟ ਬੱਸਾਂ ਤੋਂ ਵੀ ਆਲਮੋਸਟ ਅੱਧੇ ਨਾਲੋਂ ਵੀ ਘੱਟ ਕਿਰਾਏ ਦੇ ਉੱਪਰ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਸਰਕਾਰੀ, ਪ੍ਰਾਈਵੇਟ, ਸਰਕਾਰੀ ਵੱਡਿਆਂ ਘਰਾਣੀਆਂ ਦੀਆਂ, ਅਕਾਲੀਆਂ, ਕਾਂਗਰਸੀਆਂ ਦੀਆਂ ਬੱਸਾਂ ਤੁਸੀਂ ਪਿਛਲੇ 10, 15, 20 ਸਾਲ ਇਹ ਬਹੁਤ ਸੁਣਿਆ ਹੈਗਾ ਕਿ ਉਹਨਾਂ ਦਾ ਟੈਕਸ ਘਟਾ ਦਿੱਤਾ ਜਾਂਦਾ ਸੀਗਾ, ਆਮ ਬੱਸਾਂ ਨਾਲੋਂ ਵੀ
ਉਹਨਾਂ ਦਾ ਟੈਕਸ ਘੱਟ ਹੁੰਦਾ ਸੀ, ਜਿਹੜੀਆਂ ਬੱਸਾਂ 3-3 4-4 ਕਰੋੜ ਦੀਆਂ ਸੀਗੀਆਂ। ਪਰ ਕਿਸੇ ਇਹਨਾਂ ਦੇ ਇਹ ਜਿਹੜੇ ਸੋ ਕਾਲਡ ਆਪਦੇ ਆਪ ਨੂੰ ਪੰਥ ਹਤੈਸ਼ੀ ਸਰਕਾਰਾਂ ਕਹਾਉਂਦੇ ਰਹੇ, ਜਿਹੜੇ ਹੁਣ ਤੱਕ ਪੰਥ ਦੇ ਨਾਂ ਦੇ ਉੱਪਰ ਵੋਟਾਂ ਮੰਗਦੇ ਰਹੇ, ਸਰਕਾਰਾਂ ਬਣਾਉਂਦੇ ਰਹੇ, ਜਿਹੜੇ ਆਪਦੀਆਂ ਬੱਸਾਂ ਦੇ ਟੈਕਸ ਤਾਂ ਘਟਾਉਂਦੇ ਰਹੇ, ਪਰ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਨਹੀਂ ਆਇਆ ਹੈਗਾ ਕਿ ਪੰਜਾਬ ਦੀਆਂ ਸੜਕਾਂ ਦੇ ਉੱਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸਵਾਰੀ ਨੂੰ ਲੈ ਕੇ ਜਾਂ ਬਾਕੀ ਪਵਿੱਤਰ ਗ੍ਰੰਥਾਂ ਦੀ ਸਵਾਰੀ ਨੂੰ ਲੈ ਕੇ ਜਿਹੜੀਆਂ ਗੱਡੀਆਂ ਪੰਜਾਬ ਦੀਆਂ ਸੜਕਾਂ ਦੇ ਉੱਪਰ ਚੱਲਦੀਆਂ ਨੇ, ਉਹਨਾਂ ਦਾ ਟੈਕਸ ਮਾਫ ਕਰ ਦਿੱਤਾ ਜਾਵੇ। ਇਹਨਾਂ ਸੋ ਕਾਲਡ ਪੰਥਕ ਪਾਰਟੀਆਂ ਦੇ ਤੇ ਲੀਡਰਾਂ ਦੇ ਦਿਮਾਗ ਦੇ ਵਿੱਚ ਨਹੀਂ ਆਇਆ, ਪਰ ਸਰਕਾਰ ਬਣਦੇ ਸਾਰ ਇਹ ਪਵਿੱਤਰ ਨੇਕ ਨਾਮਣਾ ਖੱਟਣ ਦਾ, ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਦਾ ਸੁਭਾਗ ਹੈ ਜਿਹੜਾ ਉਹ ਭਗਵੰਤ ਮਾਨ ਜੀ ਔਰ ਉਹਨਾਂ ਦੀ ਸਰਕਾਰ ਨੂੰ ਪ੍ਰਾਪਤ ਹੋਇਆ। ਤੇ ਜਿੰਨੀਆਂ ਪਵਿੱਤਰ ਗ੍ਰੰਥ ਨੇ ਪੰਜਾਬ ਦੀਆਂ ਸੜਕਾਂ ਦੇ ਉੱਪਰ, ਜਿੰਨੀਆਂ ਗੱਡੀਆਂ ਉਹਨਾਂ ਨੂੰ ਲੈ ਕੇ ਚੱਲਦੀਆਂ ਨੇ, ਉਹਨਾਂ ਦੇ ਉੱਪਰ ਟੈਕਸ ਹੈ ਜਿਹੜਾ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ। ਸੋ ਇਸ ਕਰਕੇ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ ਮਾਨ ਸਾਹਿਬ ਵੱਲੋਂ। ਇਸੇ ਤਰੀਕੇ ਨਾਲ ਸਾਥੀਓ, ਬੜਾ ਲੰਬਾ ਸਮਾਂ ਜੋ ਮੋਹਾਲੀ 에ਅਰਪੋਰਟ ਹੈ ਉਹਨੂੰ ਉਹਦੇ ਨਾਮ ਦੇ ਉੱਪਰ ਪਿਛਲੀਆਂ ਸਰਕਾਰਾਂ, ਚਾਹੇ ਅਕਾਲੀ ਦਾ ਸੀ, ਚਾਹੇ ਕਾਂਗਰਸੀ, ਬੀਜੇਪੀ ਸੀ, ਇਹਨਾਂ ਨੇ ਰਾਜਨੀਤੀ ਤਾਂ ਬਹੁਤ ਕੀਤੀ, ਪਰ ਕੇਂਦਰ ਦੇ ਵਿੱਚ ਸਰਕਾਰਾਂ ਹੋਣ ਦੇ ਬਾਵਜੂਦ ਵੀ ਕਾਂਗਰਸ ਦੇ ਸਮੇਂ ਇੱਥੇ ਵੀ ਸਰਕਾਰ ਕਾਂਗਰਸ ਦੀ ਸੀ, ਉੱਪਰ ਵੀ ਸਰਕਾਰ ਕਾਂਗਰਸ ਦੀ ਸੀਗੀ, ਅਕਾਲੀ ਦਲ ਭਾਜਪਾ ਐਨਡੀਏ ਦੀ ਸਰਕਾਰ ਇੱਥੇ ਵੀ ਰਹੀ ਹੈ ਤੇ ਉੱਥੇ ਵੀ ਰਹੀ ਹੈ, ਪਰ ਆਪਦੀਆਂ ਸਰਕਾਰਾਂ ਤੋਂ ਹੀ ਇਹ ਉਸ 에ਅਰਪੋਰਟ ਦਾ ਨਾਮ, ਮੋਹਾਲੀ 에ਅਰਪੋਰਟ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ਦੇ ਉੱਪਰ ਨਹੀਂ ਕਰਾ ਸਕੇ। ਤੇ ਇਹ ਪੁੰਨ ਦਾ ਕੰਮ, ਇਹ ਦੇਸ਼ ਭਗਤੀ ਦਾ ਕੰਮ, ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਨਮਨ ਕਰਨ ਦਾ ਕੰਮ ਹੈ ਜਿਹੜਾ, ਉਹਨਾਂ ਨੂੰ ਸਜਦਾ ਕਰਨ ਦਾ ਕੰਮ ਹੈ ਜਿਹੜਾ, ਇਹ ਵੀ ਭਗਵੰਤ ਮਾਨ ਜੀ ਦੇ ਲੇਖੇ ਲੱਗਿਆ। ਤੇ ਖੁਸ਼ੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮੋਹਾਲੀ 에ਅਰਪੋਰਟ ਦਾ ਨਾਮ ਹੈ ਜਿਹੜਾ ਉਹ ਬੜੀ ਲੰਬੀ ਜਦੋਜਹਿਦ ਤੋਂ ਬਾਅਦ ਉਹ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਕੀਤਾ ਗਿਆ। ਸਾਥੀਓ, ਦੋਸਤੋ, ਤੁਸੀਂ ਪਿਛਲੇ 70 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਬੈਠਿਆਂ ਨੇ ਆਪਾਂ ਲੋਕਾਂ ਨੇ, ਪੰਜਾਬੀਆਂ ਨੇ ਇਹ ਤਾਂ ਬਹੁਤ ਸੁਣਿਆ ਹੋਏਗਾ ਕਿ ਜੀ ਫਲਾਣੇ ਲੀਡਰ ਨੇ, ਫਲਾਣੇ ਐਮਐਲਏ ਨੇ, ਫਲਾਣੇ ਮੰਤਰੀ ਨੇ, ਜਾਂ ਉਹਨਾਂ ਦੇ ਜਿਹੜੇ ਆਸੇ-ਪਾਸੇ ਚਮਚੇ ਚੇਲੇ ਹੁੰਦੇ ਸੀਗੇ, ਉਹਨਾਂ ਦੇ ਜਿਹੜੇ ਚੌਧਰੀ ਹੁੰਦੇ ਸੀਗੇ, ਉਹਨਾਂ ਨੇ ਸਰਕਾਰੀ ਪੰਚਾਇਤੀ ਜ਼ਮੀਨਾਂ, ਸ਼ਾਮਲਾਟ ਜ਼ਮੀਨਾਂ ਦੱਬ ਲੀਆਂ, ਉਹਨਾਂ ਦੇ ਉੱਪਰ ਕਬਜ਼ਾ ਕਰ ਲਿਆ ਤੇ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਪਰ ਇਹ 70 ਸਾਲਾਂ ਤੋਂ ਬਾਅਦ ਇਹਨਾਂ 7 ਮਹੀਨਿਆਂ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਸਾਥੀਓ ਕਿ ਉਹਨਾਂ ਦੱਬੀਆਂ ਹੋਈਆਂ ਜ਼ਮੀਨਾਂ ਨੂੰ ਛਡਾਉਣ ਦਾ ਕੰਮ ਹੈ ਜਿਹੜਾ ਉਹ ਭਗਵੰਤ ਮਾਨ ਜੀ ਦੀ ਸਰਕਾਰ ਨੇ ਤੇ ਸਾਡੇ ਬਹੁਤ ਹੀ ਹੋਣਹਾਰ ਔਰ ਕਾਬਲ ਔਰ ਮਿਹਨਤੀ ਸਾਡੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ, ਪੇਂਡੂ ਪੰਚਾਇਤ ਮੰਤਰੀ ਨੇ ਕੁਲਦੀਪ ਧਾਲੀਵਾਲ ਜੀ ਨੇ, ਉਹਨਾਂ ਨੇ ਇਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਅੰਜਾਮ ਦਿੱਤਾ। ਤੇ ਅੱਜ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਤਕਰੀਬਨ 9000 ਏਕੜ ਜ਼ਮੀਨ ਜਿਹੜੀ ਵੱਡੇ ਵੱਡੇ ਖੱਬੀ ਖਾਨ ਦੱਬੀ ਬੈਠੇ ਸੀਗੇ ਪਹਿਲਾਂ, ਉਹਨਾਂ ਤੋਂ ਛੜਾ ਕੇ ਉਹ ਸਰਕਾਰ ਦੇ ਖਾਤੇ ਲਿਆਂਦੀਆਂ ਨੇ। ਔਰ ਇਸ ਤੋਂ ਵੀ ਵੱਡੀ ਅਚੀਵਮੈਂਟ ਬੜੇ ਜਲਦੀ ਹੀ ਹੋਣ ਜਾ ਰਹੀ ਹੈ। ਤਕਰੀਬਨ 26300 ਏਕੜ ਜ਼ਮੀਨ, ਜਿਨ੍ਹਾਂ ਦੀ ਕਿ ਕੀਮਤ ਤਕਰੀਬਨ 9200 ਕਰੋੜ ਹੈ, ਜਿਹੜੀ ਕਿ ਅੱਜ ਤੱਕ ਸਰਕਾਰਾਂ ਦੇ, ਪੰਚਾਇਤਾਂ ਦੇ, ਮਹਿਕਮਿਆਂ ਦੇ ਖਾਤਿਆਂ ਦੇ ਵਿੱਚ ਹੀ ਨਹੀਂ ਸੀਗੀ ਵੀ ਉਹ ਜ਼ਮੀਨ ਹੈ ਕਿੱਥੇ, ਜ਼ਮੀਨ ਬੋਲਦੀ ਕਿੱਥੇ ਹੈ। ਉਹਦੀ ਆਇਡੈਂਟੀਫਿਕੇਸ਼ਨ ਹੈ ਜਿਹੜੀ ਉਹ ਭਗਵੰਤ ਮਾਨ ਜੀ ਦੀ ਸਰਕਾਰ ਕਰ ਚੁੱਕੀ ਹੈ ਤੇ ਉਹਨਾਂ ਨੂੰ ਵੀ ਜਲਦੀ ਹੀ ਪ੍ਰੋਸੈਸ ਦੇ ਵਿੱਚ ਲਿਆ ਕੇ ਉਹ ਜ਼ਮੀਨਾਂ ਨੇ ਜਿਹੜੀਆਂ ਉਹ ਰੀਕਲੇਮ ਕੀਤੀਆਂ ਜਾਣਗੀਆਂ ਤੇ ਪੰਚਾਇਤਾਂ ਨੂੰ ਜਾਂ ਜਿੱਥੇ ਜਿੱਥੇ ਜਿਹੜੇ ਮਹਿਕਮੇ ਦੀ ਜਿਸ ਡਿਪਾਰਟਮੈਂਟ ਦੀ ਉਹ ਜ਼ਮੀਨ ਹੈ ਉਹਨੂੰ ਸਮਾਈ ਜਾਏਗੀ। ਸੋ ਇਹ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ, ਪਹਿਲੀ ਵਾਰੀ ਨਹੀਂ। ਅੱਗੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਕੇ ਲੋਕ ਦੱਬਣ ਵਾਲੇ ਆਪਦੇ ਆਪ ਨੂੰ ਵੱਡਾ ਸਮਝਦੇ ਹੁੰਦੇ ਸੀਗੇ ਕਿ ਸਾਡੀ ਚੱਲਦੀ ਹੈ, ਇਸ ਕਰਕੇ ਅਸੀਂ ਜ਼ਮੀਨਾਂ ਦੱਬਦੇ ਹਾਂ, ਪਰ ਜ਼ਮੀਨਾਂ ਛਡਾਉਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ। ਬਹੁਤ ਵੱਡੀ ਮੈਂ ਸਮਝਦਾ ਕਿ ਉਪਲਬਧੀ ਹੈ। 70 ਸਾਲਾਂ ਦੇ ਵਿੱਚ ਨਹੀਂ ਹੋਇਆ ਹੈਗਾ ਕਿ ਆਮ ਲੋਕਾਂ ਦੀ ਸੁਣਵਾਈ ਹੈ ਜਿਹੜੀ ਪਿੰਡਾਂ ਦੇ ਵਿੱਚ ਉਹ ਹੋਈ ਹੋਵੇ। ਪੰਚਾਇਤਾਂ ਬਣ ਜਾਂਦੀਆਂ ਸੀਗੀਆਂ, ਸਰਕਾਰਾਂ ਆਪਦੇ ਹਿਸਾਬ ਨਾਲ ਲੁੱਟਦੀਆਂ ਤੇ ਲਟਾਉਂਦੀਆਂ ਸੀਗੀਆਂ ਉਹਨਾਂ ਪੰਚਾਇਤਾਂ ਦੇ ਕਈ ਵਾਰੀ ਜ਼ਰੀਏ, ਪਰ ਪਹਿਲੀ ਵਾਰੀ ਹੋ ਰਿਹਾ ਹੈ ਕਿ ਡੈਮੋਕ੍ਰੇਸੀ ਨੂੰ ਜੜ੍ਹਾਂ ਤੱਕ ਮਜ਼ਬੂਤ ਕਰਨ ਦੇ ਲਈ ਗ੍ਰਾਮ ਸਭਾਵਾਂ ਨੇ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੈਗੂਲਰ ਫੀਚਰ ਹੋਏਗਾ ਕਿ ਗ੍ਰਾਮ ਸਭਾਵਾਂ ਹੋਣਗੀਆਂ ਔਰ ਲੋਕ ਆਪਣੇ
ਹੱਕ ਦੀ ਗੱਲ, ਆਪਣੇ ਕੰਮ ਦੀ ਗੱਲ ਹੈ ਜਿਹੜੀ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਣਗੇ। ਔਰ ਸਾਥੀਓ, ਸਭ ਤੋਂ ਲਾਸਟ ਬਟ ਨਾਟ ਦ ਲੀਸਟ, ਜਿਹੜੀ ਲੁੱਟ ਪੰਜਾਬ ਦੇ ਵਿੱਚ ਚੱਲਦੀ ਰਹੀ ਹੈ, ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਇਹਨਾਂ ਸਰਕਾਰਾਂ ਨੇ, ਅਕਾਲੀਆਂ ਕਾਂਗਰਸੀਆਂ ਨੇ ਚਾੜ ਦਿੱਤਾ, ਜਿਹੜਾ 1 ਲੱਖ ਕਰੋੜ ਦਾ ਹੋਰ ਕਰਜ਼ਾ ਬੋਰਡਾਂ ਕਾਰਪੋਰੇਸ਼ਨਾਂ ਦੇ ਉੱਪਰ ਸਿਰ ਤੇ ਚੜ ਚੁੱਕਿਆ ਇਹਨਾਂ 70 ਸਾਲਾਂ ਦੇ ਵਿੱਚ। ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਅੱਜ ਤੱਕ ਕਦੇ ਪੰਜਾਬ ਦੇ ਲੋਕਾਂ ਨੇ ਕਿਸੇ ਲੀਡਰ ਨੂੰ, ਐਮਐਲਏ ਨੂੰ, ਮੰਤਰੀ ਨੂੰ, ਕਿਸੇ ਅਫਸਰ ਨੂੰ ਕੰਗਾਲ ਹੁੰਦੇ ਨਹੀਂ ਦੇਖਿਆ ਸੁਣਿਆ ਹੋਣਾ, ਬੈਂਕਰਪਟ ਹੁੰਦੇ ਦੇਖਿਆ ਸੁਣਿਆ ਨਹੀਂ ਹੋਣਾ ਹੈਗਾ। ਪਰ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਹੈ ਕਿ ਉਹ ਪੁੱਛਣ ਕਿ ਕਿਉਂ ਪੰਜਾਬ ਕੰਗਾਲ ਹੋ ਗਿਆ। ਉਹ ਹੋਇਆ ਕਿਉਂਕਿ ਇਹਨਾਂ ਦੀਆਂ ਨੀਤੀਆਂ ਮਾੜੀਆਂ ਸੀਗੀਆਂ। ਰੈਵਨਿਊ ਹੈ ਜਿਹੜਾ, ਸਰਕਾਰੀ ਰੈਵਨਿਊ ਹੈ ਜਿਹੜਾ, ਉਹ ਮਾਫੀਆਂ ਦੇ ਜ਼ਰੀਏ ਆਪਦੇ ਘਰਾਂ ਨੂੰ ਲਿਜਾਇਆ ਜਾਂਦਾ ਸੀਗਾ। ਤੇ ਜਿਹੜੀ ਇੱਕ ਬੜੀ ਛੋਟੀ ਜਿਹੀ ਪ੍ਰਤੱਖ ਜਿਹੀ ਉਦਾਹਰਣ ਹੈ ਜਿਹੜੀ ਉਹ ਤੁਹਾਨੂੰ ਮੈਂ ਦੇਣ ਲੱਗਿਆ ਕਿ ਐਕਸਾਈਜ਼ ਦੇ ਵਿੱਚ ਹੀ ਪਹਿਲੀ ਵਾਰੀ ਹੋਇਆ ਕਿ ਪਹਿਲੇ 6 ਮਹੀਨਿਆਂ ਦੇ ਵਿੱਚ 37% ਦਾ ਜੰਪ ਹੈ ਜਿਹੜਾ, ਇਨਕਰੀਜ਼ ਹੈ ਜਿਹੜਾ। ਪਹਿਲਾਂ 3110 ਕਰੋੜ ਸੀਗਾ ਪਿਛਲੇ ਸਾਲ, ਪਹਿਲੇ 6 ਮਹੀਨਿਆਂ ਦੇ ਵਿੱਚ, ਤੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਤਹਿਤ ਇਹ ਜੰਪ ਹੈ ਜਿਹੜਾ, ਇਹ 3110 ਕਰੋੜ ਤੋਂ ਰੈਵਨਿਊ ਕਲੈਕਸ਼ਨ ਵੱਧ ਕੇ ਐਕਸਾਈਜ਼ ਦੀ ਇਹ 4280 ਕਰੋੜ ਹੈ ਜਿਹੜਾ ਉਹ ਹੋ ਚੁੱਕਿਆ। ਸ਼ਰਾਬ ਮਾਫੀਆ ਇਹ ਰੱਜ ਕੇ ਚਲਾਉਂਦੇ ਰਹੇ ਤੇ ਅੱਜ ਸ਼ਰਾਬ ਦੀ ਪੋਜੀਸ਼ਨ ਇਹ ਹੈ ਕਿ ਜਿਹੜਾ ਇਹਨਾਂ ਤੋਂ 70 ਸਾਲਾਂ ਦੇ ਵਿੱਚੋਂ 6200 ਕਰੋੜ ਤੋਂ ਵੱਧ ਮਾਲੀਆ ਟੱਪਿਆ ਨਹੀਂ ਹੈ ਕਦੇ। ਸਾਡਾ ਇਸ ਵਾਰ ਦਾ ਮਾਲੀਆ ਪਹਿਲੇ ਸਾਲ ਦੇ ਵਿੱਚ ਹੀ ਇਹ ਤਕਰੀਬਨ 9900 ਕਰੋੜ ਤੋਂ ਪਲੱਸ ਹੋਣ ਜਾ ਰਿਹਾ ਹੈ, ਕਿਉਂਕਿ ਇੱਕ ਇਮਾਨਦਾਰ ਸਰਕਾਰ ਹੈ, ਲੋਕਾਂ ਦਾ ਪੈਸਾ ਖਜ਼ਾਨੇ 'ਚ ਲੈ ਕੇ ਆਉਣਾ ਜਾਣਦੀ ਹੈ। ਔਰ ਇਸੇ ਤਰੀਕੇ ਦੇ ਨਾਲ ਸਾਥੀਓ, ਜੇ ਆਪਾਂ ਮਾਲ ਮਹਿਕਮੇ ਦੀ ਗੱਲ ਕਰ ਲਈਏ, ਸਟੈਂਪ ਡਿਊਟੀ ਦੀ ਗੱਲ ਕਰ ਲਈਏ, ਤਕਰੀਬਨ 27-28% ਦਾ ਜੰਪ ਉਹਦੇ ਵਿੱਚ ਆਇਆ, ਐਨਹਾਂਸਮੈਂਟ ਆਈ ਹੈ। ਇਸੇ ਤਰੀਕੇ ਦੇ ਨਾਲ ਟਰਾਂਸਪੋਰਟ ਦੀ ਗੱਲ ਕਰ ਲਈਏ, ਤਕਰੀਬਨ 23% ਦਾ ਜੰਪ ਹੈ ਜਿਹੜਾ ਉਹਦੇ ਵਿੱਚ ਆ ਚੁੱਕਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ 7 ਮਹੀਨਿਆਂ ਦੇ ਵਿੱਚ ਜੋ ਪਹਿਲ ਕਦਮੀਆਂ, ਜੋ ਨਵੇਕਲੇ ਕਦਮ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਕਦੇ ਦੇਖੇ ਨਹੀਂ ਸੀ, ਸੁਣੇ ਨਹੀਂ ਸੀ, ਸੋਚੇ ਨਹੀਂ ਸੀਗੇ ਵੀ ਇਹ ਕੰਮ ਵੀ ਸਰਕਾਰਾਂ ਕਦੇ ਕਰ ਸਕਦੀਆਂ ਨੇ। ਅੱਜ ਇਹਨਾਂ 7 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਤਹਿਤ ਇੱਕ ਇਮਾਨਦਾਰ ਸਰਕਾਰ ਨੇ ਉਹ ਪਹਿਲ ਕਦਮੀਆਂ ਉਹਨਾਂ ਨੂੰ ਪੂਰ ਕਰਕੇ ਦਿਖਾ ਦਿੱਤਾ। ਇਹ ਇਹਨਾਂ 7 ਮਹੀਨਿਆਂ ਦੀ ਕਾਰਗੁਜ਼ਾਰੀ ਹੈ। ਔਰ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਦੇ ਲੋਕਾਂ ਦਾ ਸਾਥ ਸਹਿਯੋਗ ਜਿਸ ਤਰੀਕੇ ਨਾਲ ਮਿਲਿਆ, ਉਹਨੂੰ ਉਸ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਹ ਸਾਥ ਸਹਿਯੋਗ ਅੱਗੇ ਮਿਲਦਾ ਰਹੇ, ਪ੍ਰਮਾਤਮਾ ਦਾ ਆਸ਼ੀਰਵਾਦ ਰਹੇ ਤੇ ਪੰਜਾਬ ਨੂੰ ਮੁੜ ਦੁਬਾਰਾ ਰੰਗਲਾ ਪੰਜਾਬ, ਖੁਸ਼ਹਾਲ ਪੰਜਾਬ ਤੇ ਦੇਸ਼ ਦਾ ਨੰਬਰ 1 ਦਾ ਸੂਬਾ ਬਣਾਉਣ ਦੇ ਵਿੱਚ ਭਗਵੰਤ ਮਾਨ ਜੀ ਸਰਕਾਰ ਇਹਨਾਂ 5 ਸਾਲਾਂ ਦੇ ਵਿੱਚ 100% ਕਾਮਯਾਬ ਹੋਏਗੀ। ਸੋ